किस ही कोई कोय, मंज निमाणी एक तू। सतगुरु गुरु ग्रंथ साहिब महाराज जियां दे 1430 अंगां दा जो ਸਰੂਪ ਸਾਡੇ ਕੋਲ ਹੈ। ਅੱਜ ਦਾ ਮੁੱਖ ਵਾਕ 791 ਅਤੇ 92 ਉੱਪਰ ਅੰਗ ਤੇ ਸੁਭਾਈਮਾਨ ਹੈ। ਗੁਰੂ ਅੰਗਦ ਦੇ ਪਿਤਾ ਜੀ ਨੇ ਗੁਰੂ ਨਾਨਕ ਜੀ ਦੀ 7 ਸਾਲ ਸਰੀਰ ਕਰਕੇ ਸੰਗਤ ਕੀਤੀ। ਬਾਬਾ ਲਹਿਣਾ ਜਾਂ ਭਾਈ ਲਹਿਣਾ ਜੀ ਦੇ ਰੂਪ ਦੇ ਅੰਦਰ ਗੁਰੂ ਜੀ ਨੂੰ ਆ ਕੇ ਮਿਲਦੇ ਆ ਤੇ ਇੰਨੀ ਘਾਲਣਾ ਘਾਲਦੇ ਆ ਕਿ ਸਤਿਗੁਰੂ ਜੀ ਇਤਿਹਾਸ 'ਚ ਇੱਕੋ ਹੀ ਗੁਰੂ ਨੇ ਜਿਨ੍ਹਾਂ ਨੂੰ ਆਪ ਨਾਮ ਅੰਗਦ ਬਖਸ਼ਿਆ। ਅੰਗਦ ਦੇ ਜਿਹੜੇ ਲਫ਼ਜ਼ੀ ਅਰਥ ਨੇ ਸੰਗਤ ਜੀ, ਭਾਵ ਹੁੰਦਾ ਆਪਣੇ ਅੰਗ ਨਾਲ ਅੰਗ ਨੂੰ ਸੁਹਾਗ ਕੇ ਉਹ ਮਰਤਬਾ ਦੇ ਦੇਣਾ, ਉਹ ਵਡਿਆਈ ਝੋਲੀ 'ਚ ਪਾ ਦੇਣੀ ਜਿੰਨੀ ਦੋਹੀ ਗੁਰੂ ਨਾਨਕ ਜੀ ਦੀ ਸੀ। ਸਤਿਗੁਰੂ ਸੱਚੇ ਪਿਤਾ ਜੀ ਇਹ ਬਖਸ਼ਿਸ਼ ਬਾਬਾ ਲਹਿਣਾ ਜੀ ਤੇ ਕਰਦੇ। ਫਿਰ ਜਦੋਂ ਸਤਿਗੁਰੂ ਗੁਰੂ ਅੰਗਦ ਪਿਤਾ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, ਉਦੋਂ ਧੁਰਕੀ ਬਾਣੀ ਨੂੰ ਉਚਾਰਦੇ ਆ। ਬਾਬਾ ਬੁੱਢਾ ਜੀ ਦੇ ਕਹਿਣ ਤੇ ਜਦੋਂ ਉਹਨਾਂ ਨੇ ਗੁਰਬਾਣੀ ਨੂੰ ਉਚਾਰਨਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲਾ ਸ਼ਲੋਕ ਉਹਨਾਂ ਦਾ ਬਾਣੀ 'ਚ ਇਹ ਹੈ, ਉਹ ਕਹਿੰਦੇ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦਿਓ। ਧੰਨ ਗੁਰੂ ਅੰਗਦ ਦੇ ਪਿਤਾ ਕਹਿੰਦੇ ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਗੁਰੂ ਨਾਨਕ ਜੀ ਕੋਲੋਂ ਸਿੱਖਿਆ ਲਈ ਹੋਵੇ ਜ਼ਿੰਦਗੀ ਜਿਉਣ ਦੀ, ਦੀਖਿਆ ਲਈ ਹੋਵੇ ਨਾਮ ਦੀ ਮੰਤਰ ਅਭਿਆਸ ਦੀ, ਜਿਨ੍ਹਾਂ ਨੇ ਜੁਗਤੀਆਂ ਗੁਰੂ ਨਾਨਕ ਜੀ ਕੋਲ ਸਿੱਖੀਆਂ ਹੋਵਣ, ਉਹਨਾਂ ਨੂੰ ਭਾਵ ਮੈਂ ਹੁਣ ਗੁਰੂ ਅੰਗਦ ਕੀ ਜਿਹੜੀ ਉਹ ਸਿੱਖਿਆ ਦੇ ਸਕਦਾ, ਕਿਉਂਕਿ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਵ। ਜਿਨ੍ਹਾਂ ਦਾ ਗੁਰੂ ਨਾਨਕ ਹੈ ਉਹਨਾਂ ਦੇ ਸਿੱਖਾਂ ਨੂੰ ਮੇਰੀ ਹਸਤੀ ਨਹੀਂ ਮੈਂ ਕੋਈ ਬਿਆਨ ਕਰ ਸਕਾਂ। ਸੋ ਸਤਿਗੁਰੂ ਪਿਤਾ ਜੀ ਦੀ ਇਹ ਨਿਮਰਤਾ ਸੀ, ਜਿਸ ਕਰਕੇ ਨਾ ਉਹਨਾਂ ਨੇ ਬਹੁਤੀ ਬਾਣੀ ਨਹੀਂ ਦਰਜ ਕੀਤੀ ਗੁਰੂ ਗ੍ਰੰਥ ਸਾਹਿਬ ਅੰਦਰ। ਕੇਵਲ ਉਹਨਾਂ ਦੇ 63 ਸ਼ਲੋਕ ਜਿਹੜੇ ਨੇ ਉਹ ਰਾਗ ਮੁਕਤ ਸਾਨੂੰ ਮਿਲਦੇ ਆ, ਜਿਨ੍ਹਾਂ ਵਿੱਚ ਤਕਰੀਬਨ 15 ਕੁ ਸ਼ਲੋਕ ਜਿਹੜੇ ਉਹ ਆਸਾ ਕੀ ਵਾਰ 'ਚ ਨੇ ਤੇ ਬਾਕੀ ਉਹਨਾਂ ਦੀ ਹੋਰ ਬਾਣੀਆਂ ਦੇ ਵਿੱਚ ਥੋੜ੍ਹੇ ਥੋੜ੍ਹੇ ਸ਼ਲੋਕ ਨੇ। ਜਿਵੇਂ ਅੱਜ 2 ਸ਼ਲੋਕ ਇਹ ਸੋਹੀ ਕੀ ਵਾਰ ਦੇ ਅੰਦਰ ਸਤਿਗੁਰਾਂ ਦੇ ਆਏ ਨੇ। ਹੁਣ ਮਹਾਰਾਜ ਨੇ ਇਹ ਕਿਰਪਾ ਕੀਤੀ ਅੱਜ ਕਿ ਕਿਸ ਹੀ ਕੋਈ ਕੋਏ। ਜਿਵੇਂ ਦੇਖੋ ਸੰਗਤ ਜੀ ਬਾਣੀ ਦੇ ਜਦੋਂ ਅਸੀਂ ਭਾਵ ਅਰਥ ਵੇਖਦੇ ਹਾਂ ਤੇ ਮਹਾਰਾਜ ਕਹਿੰਦੇ ਗੁਰੂ ਅੰਗਦ ਪਿਤਾ ਜੀ ਕਿ ਸਤਿਗੁਰੂ ਨਾਨਕ ਜੀ ਇਸ ਧਰਤੀ ਤੇ ਕਰੋੜਾਂ ਦੁਨੀਆ ਰਹਿੰਦੀ ਆ, ਹੋਰਾਂ ਨੂੰ ਹੋਰਾਂ ਦਾ ਆਸਰਾ ਹੋਵੇਗਾ ਕਿਸੇ ਪ੍ਰਕਾਰ ਦਾ, ਪਰ ਜੇ ਤੁਸੀਂ ਮੈਨੂੰ ਪੁੱਛੋ ਤੇ ਗੁਰੂ ਅੰਗਦ ਪਿਤਾ ਨੂੰ ਕੇਵਲ ਇੱਕ ਤੁਹਾਡਾ ਹੀ ਆਸਰਾ ਹੈ। ਹੁਣ ਇਹਦੇ ਜੋ ਅਸੀਂ ਅੱਜ ਦੇ ਸਮੇਂ 'ਚ ਅਰਥ ਲੈਣੇ ਆ, ਕਿਉਂਕਿ ਗੁਰੂ ਦੀ ਬਾਣੀ ਜਿਹੜੀ ਆ ਉਹ ਸਾਡੇ ਵਰਤਮਾਨ 'ਚ ਕਿਵੇਂ ਸਾਡੇ ਕੰਮ ਆਵੇ ਕਿ ਇੱਕ ਗੁਰੂ ਦਾ ਪਿਆਰਾ ਇਹ ਕਵੇ ਕਿਸ ਹੀ ਕੋਈ ਕੋਏ। ਪਰਮਾਤਮਾ ਹਰ ਬੰਦੇ ਨੇ ਆਪਣਾ ਸਾਥ ਗੰਢਿਆ ਹੋਇਆ ਤੇ ਉਹ ਇਹ ਮਾਣ ਰੱਖਦਾ ਕਿ ਮੇਰੇ ਔਖੇ ਵੇਲੇ ਇਹ ਮੇਰੇ ਕੰਮ ਆਉਣਗੇ, ਪਰ ਮੰਝ ਨਿਮਾਣੀ ਇੱਕ ਤੂੰ, ਮੈਂ ਨਿਮਾਣਾ ਹਾਂ ਨਾ ਚੀਜ਼ ਆ, ਮੇਰੇ ਕੋਲ ਕੋਈ ਇੰਨਾ ਦੁਨੀਆ ਦਾ ਸਾਥ ਨਹੀਂ, ਪਰ ਹਾਂ ਮੈਨੂੰ ਇੱਕ ਹੈ ਕਿ ਮੇਰੇ ਇਸ ਗਰੀਬ ਪੁਣੇ ਵਿੱਚ ਨਿਮਰਤਾ ਦੇ ਵਿੱਚ ਅਧੀਨਤਾ ਦੇ ਵਿੱਚ ਤੁਸੀਂ ਮੇਰੇ ਸਾਥੀ ਹੋ, ਤੁਸੀਂ ਮੇਰੇ ਮਿੱਤਰ ਹੋ। ਹੁਣ ਵੇਖੋ ਅਗਲੀ ਤੁਕ ਦੇ ਅੰਦਰ ਗੁਰੂ ਜੀ ਕਹਿੰਦੇ ਕਿਉਂ ਨਾ ਮਰੀਜੈ ਰੋਏ। ਗੁਰੂ ਸਾਹਿਬ ਕਹਿੰਦੇ ਜਿਹਨੂੰ ਪਿਆਰ ਕਰਦੇ ਆ ਗੁਰੂ ਜੀ ਨੂੰ, ਪਰਮਾਤਮਾ ਨੂੰ, ਉਹਦੇ ਤੋਂ ਬਿਨਾਂ ਅਸੀਂ ਕਿਉਂ ਨਾ ਰੋਈਏ। ਇਹਦਾ ਅਰਥ ਇਹ ਹੈ ਕਿ ਉਹਨੂੰ ਯਾਦ ਕਿਉਂ ਨਹੀਂ ਕਰਦੇ, ਉਹ ਪਰਮਾਤਮਾ ਭੁੱਲੇ। ਤੇ ਮਹਾਰਾਜ ਸੱਚੇ ਪਿਤਾ ਕਹਿੰਦੇ ਰੋ ਰੋ ਕੇ ਉਸ ਪਰਮਾਤਮਾ ਦੀ ਯਾਦ ਵਿੱਚ ਫਿਰ ਆਪਾਂ ਬੈਠਣਾ ਕਰੀਏ। ਜਾਂ ਲਗ ਚਿਤ ਨਾ ਆਵਹੀ, ਜਦੋਂ ਪਰਮਾਤਮਾ ਭੁੱਲ ਜਾਵੇ ਤੇ ਵਿਰਹਾ ਦੇ ਵਿੱਚ ਵੈਰਾਗ ਦੇ ਵਿੱਚ ਜ਼ਰੂਰ ਉਸ ਪਰਮਾਤਮਾ ਨੂੰ ਯਾਦ ਕਰੀਏ। ਸੰਗਤ ਜੀ ਆਰੰਭਕ 2 ਸ਼ਲੋਕਾਂ ਦਾ ਆਪ ਜੀਆਂ ਨੇ ਆਪਣੇ ਪੰਕਤੀਆਂ ਦਾ ਪਾਠ ਸ਼ਰਵਣ ਕੀਤਾ। ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਨਾ ਅੱਜ ਥੋੜ੍ਹਾ ਸੀ ਇਹ ਵੇਖਣਾ ਕਿ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਗੁਰੂ ਰਾਮਦਾਸ ਸੱਚੇ ਪਿਤਾ ਦਾ ਨਾ ਬਹੁਤ ਸੋਹਣਾ ਇੱਕ ਸ਼ਬਦ ਹੈ ਮਹਾਰਾਜ ਜੀ ਦਾ, ਉੱਥੇ ਕੁਝ ਉਦਾਹਰਨਾਂ ਦੇ ਕੇ ਗੁਰੂ ਰਾਮਦਾਸ ਜੀ ਇਹ ਦੱਸਦੇ ਨੇ ਕਿ ਮੰਝ ਨਿਮਾਣੀ ਇੱਕ ਤੂੰ ਦੀ ਵਿਆਖਿਆ। ਗੁਰੂ ਰਾਮਦਾਸ ਜੀ ਧੁਰਕੀ ਬਾਣੀ ਨੂੰ ਉਚਾਰਦੇ ਆ, 640 ਸ਼ਬਦ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ 30 ਰਾਗਾਂ 'ਚ ਦਰਜ ਨੇ, 8 ਵਾਰਾਂ ਦਰਜ ਨੇ ਗੁਰੂ ਰਾਮਦਾਸ ਜੀ ਦੀਆਂ। ਤੇ ਗੁਰੂ ਰਾਮਦਾਸ ਜੀਆਂ ਦੇ ਪਰਥਾਏ ਸਭ ਤੋਂ ਵੱਧ 60 ਸਵਈਏ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ।
ਉਹ ਗੁਰੂ ਰਾਮਦਾਸ ਸੱਚਾ ਪਿਤਾ ਮਹਾਰਾਜ ਜੀ ਇੱਕ ਕਿਰਪਾ ਕਰਦੇ ਨੇ, ਕਹਿੰਦੇ ਕਿ ਇਸ ਧਰਤੀ ਦੇ ਅੰਦਰ ਆਰੰਭਕ ਤੁਕ ਦੇ ਅੰਦਰੋਂ ਬਖਸ਼ਿਸ਼ ਕਰਦੇ, ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ। ਮਿੱਤਰ ਸੁੱਤ ਤੇ ਭਾਈ ਇਹ ਤਿੰਨ ਗੱਲਾਂ ਨੇ। ਧੜਾ ਦਾ ਭਾਵ ਹੁੰਦਾ ਸਾਥ ਗੰਢਣਾ, ਮੇਲ ਜੋਲ ਰੱਖਣਾ, ਤਿੰਨਾਂ ਤੇ ਮਾਣ ਕਰਨਾ। ਗੁਰੂ ਰਾਮਦਾਸ ਕਹਿੰਦੇ ਸੰਸਾਰ ਦੇ ਅੰਦਰ ਲੋਕ ਅਕਸਰ ਆਪਣੀ ਮਿੱਤਰਤਾ ਵਧਾਉਂਦੇ ਆ। ਦੂਜੀ ਗੱਲ, ਆਪਣੇ ਸੰਤਾਨ ਦੇ ਉੱਤੇ ਉਹਨਾਂ ਨੂੰ ਮਾਣ ਹੁੰਦਾ ਕਿ ਇਹ ਸਾਡੇ ਕੰਮ ਆਉਣਗੇ ਹਰ ਦੁੱਖ ਸੁੱਖ ਦੇ ਵਿੱਚ। ਤੇ ਤੀਜੀ ਗੱਲ ਇਹ ਭਾਈ ਸ਼ਬਦ, ਭਰਾਵਾਂ ਤੇ ਮਾਣ ਹੁੰਦਾ। ਸਤਿਗੁਰੂ ਕਹਿੰਦੇ ਮੰਨ ਲਓ ਕਿਸੇ ਦਾ ਮਿੱਤਰ ਨਾ ਹੋਵੇ। ਕਈ ਵਾਰੀ ਘਰ 'ਚ ਔਲਾਦ ਨਹੀਂ ਹੁੰਦੀ, ਜਿਵੇਂ ਪੁੱਤ ਦੀ ਇੱਥੇ ਗੱਲ ਕੀਤੀ ਸੁੱਤ ਸ਼ਬਦ, ਤੇ ਜਾਂ ਸਾਡੇ ਕਈ ਵਾਰੀ ਹੁੰਦਾ ਕਿ ਬਜ਼ੁਰਗਾਂ ਦੇ ਵੇਖਦੇ ਅਸੀਂ ਇਕੱਲੇ ਇਕੱਲੇ ਵੀ ਹੁੰਦੇ, ਭਰਾ ਨਹੀਂ ਹੁੰਦਾ। ਮਹਾਰਾਜ ਸੱਚੇ ਪਿਤਾ ਕਹਿੰਦੇ ਫਿਰ ਬੰਦੇ ਦਾ ਦੂਜਾ ਆਸਰਾ ਕੀ ਹੁੰਦਾ ਕਿ ਜੇ ਘਰ 'ਚ ਧੀ ਜੰਮੀ ਆ ਤੇ ਧੀ ਵਿਆਹੀ ਹੈ ਤੇ ਮਨ ਕਹਿੰਦਾ ਕਿ ਚਲੋ ਔਖੇ ਵੇਲੇ ਮੇਰਾ ਜਵਾਈ ਮੇਰੇ ਪੁੱਤਾਂ ਵਾਂਗ ਕੰਮ ਆਵੇਗਾ, ਜਾਂ ਹੋ ਸਕਦਾ ਉਹਦਾ ਪਰਿਵਾਰ, ਉੱਥੇ ਸ਼ਬਦ ਕੁੜਮ ਵਰਤਿਆ ਕਿ ਉਹ ਪਰਿਵਾਰ ਮੇਰੇ ਨਾਲ ਖੜੇਗਾ ਕਿਉਂਕਿ ਮੇਰੀ ਉਹਦੇ ਨਾਲ ਰਿਸ਼ਤੇਦਾਰੀ ਆ, ਮੈਂ ਧੀ ਵਿਆਹੀ ਆ। ਗੁਰੂ ਰਾਮਦਾਸ ਜੀ ਕਹਿੰਦੇ ਨੇ ਮੰਨ ਲਓ ਭਾਈ ਘਰ 'ਚ ਪੁੱਤ ਵੀ ਨਾ ਹੋਵੇ ਤੇ ਧੀ ਕਰਕੇ ਜਵਾਈ ਤੇ ਕੁੜਮਾਚਾਰੀ ਵੀ ਨਾ ਰਿਸ਼ਤੇਦਾਰੀ ਨਿਭੇ। ਮਹਾਰਾਜ ਕਹਿੰਦੇ ਫਿਰ ਬੰਦਾ ਕੋਸ਼ਿਸ਼ ਕਰਦਾ ਹੈ ਕਿ ਪਿੰਡ ਦੇ ਸਰਪੰਚ ਨਾਲ ਬਣਾ ਕੇ ਰੱਖੀ ਜਾਏ, ਪਿੰਡ ਦੇ ਚੌਧਰੀ ਨਾਲ ਬਣਾ ਕੇ ਰੱਖੀ ਜਾਏ। ਪਿੰਡ ਦਾ ਜਿਹੜਾ ਬੰਦੇ ਦੀ ਕਿਸੇ 10 ਜਣੇ 'ਚ ਚੱਲਦੀ ਹੈ ਨਾ, ਵੇਖੋ ਸਮਾਜ 'ਚ ਨਾ ਇਹ ਗੱਲਾਂ ਆਮ ਨੇ ਜੋ ਬਾਣੀ 'ਚ ਆਈਆਂ। ਗੁਰੂ ਰਾਮਦਾਸ ਸੱਚੇ ਪਿਤਾ ਇਹ ਤਿੰਨ ਤੁਕਾਂ 'ਚ ਗੱਲ ਕਰਕੇ ਚੌਥੀ 'ਚ ਆਪਣੀ ਗੱਲ ਕਰਕੇ ਕਹਿੰਦੇ ਆ ਪ੍ਰਮਾਤਮਾ ਕਿਸੇ ਨੂੰ ਆਪਣੇ ਭਾਈਆਂ ਤੇ ਪੁੱਤਰਾਂ ਤੇ ਮਿੱਤਰਾਂ ਤੇ, ਕਿਸੇ ਨੂੰ ਆਪਣੇ ਜਵਾਈ ਦੇ ਤੇ ਕੁੜਮਾ ਤੇ, ਕਿਸੇ ਨੂੰ ਚੌਧਰੀ ਤੇ ਸਿਕਤਾਰ ਤੇ ਪੰਚਾਇਤ ਤੇ ਮਾਂ ਨੇ। ਉਹਨਾਂ ਨੇ ਸਾਥ ਗੰਢਿਆ, ਮੇਲ ਜੋਲ ਰੱਖਿਆ, ਉੱਠਣੀ ਬੈਠਣੀ ਰੱਖਦੇ ਆ ਕਿ ਲੋੜ ਪਈ ਤੇ ਇਹਨਾਂ ਤੋਂ ਕੰਮ ਲਵਾਂਗੇ। ਪਰ ਜੇ ਤੁਸੀਂ ਮੈਨੂੰ ਪੁੱਛੋ ਤੇ ਸੱਚ ਵੇ ਮੇਰੇ ਗਰੀਬ ਦਾ ਆਸਰਾ ਹਰ ਦੁੱਖ ਸੁੱਖ ਦੇ ਵਿੱਚ ਕੇਵਲ ਪ੍ਰਮਾਤਮਾ ਹੈ। ਉਹਨਾਂ ਦੀ ਇਹ ਬਾਣੀ ਦਾ ਪ੍ਰਮਾਣ ਹੈ, ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਵੇਖੋ ਅਰਥ ਸੌਖੇ ਨੇ। ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਹੁਣ ਜਿਹੜੇ ਆਪਣੇ ਸਵਾਈ ਨੇ ਇਹਦਾ ਭਾਵੇਂ ਆਪਣੇ ਮਤਲਬ ਨੂੰ ਅਸੀਂ ਇਹ ਜਿਹੜੇ ਧੜੇ ਕੀਤੇ, ਪਰ ਗੁਰੂ ਰਾਮਦਾਸ ਜੀ ਕਹਿੰਦੇ ਹਮਾਰਾ ਧੜਾ ਹਰ ਰਹਿਆ ਸਮਾਈ। ਜੇ ਮੈਂ ਕਿਸੇ ਨਾਲ ਧੜਾ ਕੀਤਾ ਭਾਵ ਸਾਥ ਗੰਢਿਆ, ਕਿਸੇ ਨੂੰ ਸਹਾਈ ਬਣਾਇਆ, ਤੇ ਉਹ ਹੈ ਹਮ ਹਰ ਸੋ ਧੜਾ ਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪਖ ਧੜਾ ਅਵਰ ਨਾ ਕੋਈ ਹੋ, ਹਰ ਗੁਣ ਗਾਵਾਂ ਅਸੰਖ ਅਨੇਕ। ਮਹਾਰਾਜ ਕਹਿੰਦੇ ਮੇਰਾ ਪੱਖ ਲੈਣ ਵਾਲਾ ਮੇਰਾ ਪ੍ਰਮਾਤਮਾ ਹੈ, ਇਸ ਕਰਕੇ ਮੈਂ ਉਸ ਵਾਹਿਗੁਰੂ ਨੂੰ ਯਾਦ ਕਰਦਾ। ਤੇ ਗੁਰੂ ਜੀ ਦੀ ਬਾਣੀ ਚੋਂ ਨਾ ਮਨ 'ਚ ਸੀ ਇੱਕ ਪ੍ਰਮਾਣ ਇਹ ਲੈ ਲਈਏ ਕਿ ਗੁਰੂ ਰਾਮਦਾਸ ਅੱਖਾਂ ਬੰਦ ਕਰਕੇ ਜਿਸ ਤੇ ਭਰੋਸਾ ਕਰਦੇ ਪਿਆ ਕਿ ਮੇਰਾ ਪ੍ਰਮਾਤਮਾ, ਉਹ ਪ੍ਰਮਾਤਮਾ ਕਿਵੇਂ ਕਿਵੇਂ ਰੱਖਦਾ, ਕਿਵੇਂ ਕਿਵੇਂ ਬਚਾਉਂਦਾ। ਤੇ ਬੜਾ ਸੋਹਣਾ ਇੱਕ ਪ੍ਰਮਾਣ ਹੈ ਸੰਗਤ ਜੀ, ਉਹਨਾਂ ਦੀ ਬਾਣੀ ਚੋਂ ਹੀ ਅਸੀਂ ਲਿਆ। ਇਹ ਰਾਗ ਗੌੜੀ ਵਿਰਾਗਣ ਦਾ ਸ਼ਬਦ ਹੈ ਤੇ ਇੱਕ ਸੌਖੀ ਉਦਾਹਰਨ, ਵੈਸੇ ਤਾਂ 3-4 ਉਦਾਹਰਨਾਂ ਨੇ ਤੇ ਬਹੁਤ ਸੌਖੀ ਉਦਾਹਰਨ ਦੇ ਕੇ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਮੈਂ ਉਸ ਪਰਮਾਤਮਾ ਦੀ ਟੇਕ 'ਚ ਤਾਂ ਰਹਿਣਾ ਕਿਉਂਕਿ ਉਹ ਪਰਮਾਤਮਾ ਇੱਦਾਂ ਆਪਣੇ ਭਗਤਾਂ ਤੇ ਕਿਰਪਾ ਕਰਦਾ, ਆਪਣੇ ਦਰ ਤੇ ਡਿੱਗਣ ਵਾਲਿਆਂ ਤੇ ਕਿਰਪਾ ਕਰਦਾ। ਕਿਵੇਂ ਸੰਗਤ ਜੀ? ਕਹਿੰਦੇ ਦੇਖੋ ਸਾਡੇ ਸ਼ਬਦ ਵਰਤਿਆ ਉਥੇ ਕਿ ਜਿਵੇਂ ਚੁਬਾੜਾ ਇਹਦੇ ਵਿੱਚ 30 ਜਾਂ 32 ਦੰਦ ਮੰਨੇ ਜਾਂਦੇ ਆ, ਉਹਨਾਂ 30-32 ਦੰਦਾਂ ਦੇ ਵਿੱਚ ਸਾਡੀ ਇੱਕ ਮਾਸ ਦੀ ਜਿਹਵਾ ਜਿਹਨੂੰ ਰੱਬ ਨੇ ਹੱਡੀ ਨਹੀਂ ਕੋਈ ਲਾਈ। ਗੁਰੂ ਰਾਮਦਾਸ ਜੀ ਕਹਿੰਦੇ ਅਸੀਂ ਕਿੰਨਾ ਸਖਤ ਤੋਂ ਸਖਤ ਕੋਈ ਸ਼ੈ ਹੋਵੇ ਦੰਦਾਂ ਨਾਲ ਚਿੱਥ ਦਿੰਦੇ ਆ, ਚੰਗੀ ਤਰ੍ਹਾਂ ਚੱਬ ਕੇ ਤੇ ਆਪਣੇ ਪੇਟ 'ਚ ਗ੍ਰਹਿਣ ਕਰ ਲੈਂਦੇ ਆ। ਹੁਣ ਇਹ ਦੇਖੋ ਕਿ ਅਸੀਂ ਬੋਲਦੇ ਪਏ ਆ ਜਾਂ ਤਿੱਖੀ ਤੋਂ ਤਿੱਖੀ ਚੀਜ਼ ਖਾਂਦੇ ਆ, ਦੰਦ ਉਹਨੂੰ ਤੋੜ ਦਿੰਦੇ ਆ, ਉਹਨੂੰ ਭੰਨ ਦਿੰਦੇ ਆ, ਚੂਰ ਚੂਰ ਕਰ ਦਿੰਦੇ ਆ। ਪਰ ਗੁਰੂ ਰਾਮਦਾਸ ਜੀ ਦੀ ਉਡਾਰੀ ਵੇਖੋ, ਕਹਿੰਦੇ ਇਹਨਾਂ 30-32 ਤਿੱਖੇ ਦੰਦਾਂ ਵਿੱਚ ਜਿਹਵਾ ਬਿਨਾਂ ਹੱਡੀ ਤੁਰੰਦੀ, ਉਹਦਾ ਬਾਲ ਵਿੰਗਾ ਨਹੀਂ ਹੁੰਦਾ। ਕਮਾਲ ਕਰਤੀ ਗੁਰੂ ਰਾਮਦਾਸ ਜੀ ਨੇ। ਗੁਰੂ ਰਾਮਦਾਸ ਜੀ ਕਹਿੰਦੇ ਜੇ ਕੋਈ ਪੁੱਛੇ ਕਿ ਇਹ ਜੀਵ ਦੀ ਚਲਾਕੀ ਆ ਕਿ ਉਹ ਬਚੀ ਰਹਿੰਦੀ ਹੈ ਇਹਨਾਂ ਤਿੱਖੇ ਦੰਦਾਂ 'ਚ, ਕਹਿੰਦੇ ਬਿਲਕੁਲ ਨਹੀਂ। ਸੱਚ ਜਾਣਿਓ ਜਿਸ ਪਰਮਾਤਮਾ ਨੇ ਬੋਡੀ ਦਾ ਸਟਰਕਚਰ ਤਿਆਰ ਕੀਤਾ, ਢਾਂਚਾ ਤਿਆਰ ਕੀਤਾ, ਇਹ ਪਰਮਾਤਮਾ ਦੀ ਖੇਡ ਹੈ ਕਿ 30-32 ਦੰਦਾਂ ਦੇ ਥੱਲੇ ਕੁਛ ਆਵੇ। ਵੈਸੇ ਨਾ ਜਦੋਂ ਅਸੀਂ ਕਈ ਵਾਰੀ ਰੋਟੀ ਖਾਈਏ
ਤੇ ਅਸੀਂ ਬੁਰਕੀ ਮਾਰੀਏ ਤੇ ਜੀਭ ਨਹੀਂ ਟੁੱਕੀ ਜਾਂਦੀ, ਤੇ ਚਲੋ ਅਸੀਂ ਆਮ ਕਹਿੰਦੇ ਹਾਂ ਲੱਗਦਾ ਕੋਈ ਯਾਦ ਕਰਦਾ ਜਾਂ ਗਾਲਾਂ ਕੱਢਦਾ। ਮਹਾਰਾਜ ਕਹਿੰਦੇ ਚਲੋ ਆਪਣਾ ਹੁੰਦਾ ਕਿ ਧਿਆਨ ਜਿਹੜਾ ਸਾਡਾ ਵੰਡਿਆ ਪਿਆ, ਇਸ ਕਰਕੇ ਇਹ ਅਸੀਂ ਬਣਾਏ ਹੋਏ ਆ। ਮਹਾਰਾਜ ਕਹਿੰਦੇ 30-32 ਦੰਦਾਂ ਵਿੱਚ ਜਿਸ ਪ੍ਰਮਾਤਮਾ ਨੇ ਜੀਵਾਂ ਨੂੰ ਬਚਾ ਲਿਆ, ਸੱਚ ਐਵੇਂ ਤੂੰ ਉਸ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ, ਲੱਖਾਂ ਮੁਸੀਬਤਾਂ ਤੇਰੇ ਦਰ ਤੇ ਆ ਕੇ ਖਲੋਣ, ਉਹ ਪ੍ਰਮਾਤਮਾ ਤੇ ਭਰੋਸਾ ਰੱਖੀ, ਮੁਸੀਬਤਾਂ ਚੋਂ ਕੱਢ ਕੇ ਤੇਰਾ ਬੇੜਾ ਬੰਨੇ ਲਾ ਦੂਗਾ। ਮਹਾਰਾਜ ਕਹਿੰਦੇ ਜੈਸੇ ਕਾਤੀ 30-32 ਹੈ। ਕਾਤੀ ਕਹਿੰਦੇ ਸੰਗਤ ਜੀ ਜੋ ਕੈਂਚੀ ਵਾਂਗੇ ਦੰਦ ਤਿੱਖੇ ਨੇ। 30-32 ਤਾਂ ਕਹਿਤਾ ਮਹਾਰਾਜ ਨੇ ਕਿਉਂਕਿ ਕਈਆਂ ਦੇ 32 ਪੂਰੇ ਨਹੀਂ ਹੁੰਦੇ। जैसे काती 30 ਦਾ ਭਾਵ 30 ਤੇ 32 ਦਾ ਭਾਵ 32। जैसे काती 30-32 है विच राखै रसना बास रत केरी। ਕਹਿੰਦੇ ਉਹਨਾਂ 30-32 ਦੰਦਾਂ ਵਿੱਚ ਇੱਕ ਨਿਮਾਣੀ ਜੀਵ ਨੂੰ ਰੱਬ ਜੀ ਨੇ ਰੱਖ ਲਿਆ। ਗੁਰੂ ਰਾਮਦਾਸ ਤਾਂ ਉਸ ਪਰਮਾਤਮਾ ਦੇ ਨਾਲ ਜੁੜਿਆ ਹੋਇਆ। ਮਾਤ ਸੱਚੇ ਪਿਤਾ ਕਹਿੰਦੇ ਕੋਈ ਜਾਣੋ सच वे कि काती कै किस हाथ है, सब वसगत है हर केरी। ये रब जी रब दी मौज है ना जानो कि ते जीव दी वडियाई है वो बची रहिंदी नहीं। कहते परमात्मा ने विधान ही इहो जिहा बनाया, ये उस परमात्मा दी मौजे त्यों संत जनाकी नर निंदा करे। सच एवे दुनिया दे राखो हर राखै पैज जन केरी। जिवें जिहबा नूं दंदां तो परमात्मा बचा लैंदा है, इदां कोई ओदा भगत ओदा संत ओदा प्यारा ओदी टेक च जिवें लोक ओनू लख भंडे निंदिया करे पर परमात्मा अपनिआं नूं बचा लैंदा। क्यों? क्योंकि मंझ निमाणी एक तू। हुण इस शब्द की प्रौढ़ता गुरु अमरदास जी करदे। महाराज जी कहंदे भगतां दी सदा तू रखदा हर जियो, धुर तू रखदा आ। किवें रखदा सी? प्रमाण एक लै लिया। प्रहलाद जन तुद राख लिए हर जियो, हर नाकश मार पचाया। पर आ जिहड़ी तीजी तोकना संगत जी नूं ध्यान दिओ, ये साडे अज दे विषय दे काम आउणी कि गुरमुखा नूं प्रतीत है हर जियो, मन मुख भरम भुलाया। कहंदे परमात्मा अपने भगतां दी गुरमुख, देखो गुरमुख प्रहलाद की गल कीती इत्थे, ते गुरमुख ये नहीं सतयुग च, त्रेते च, द्वापर च कलयुग च, जदों तक इस धरती ते जमीनों आसमां रहणगे हर गुरमुख की गल गुरु जी करदे। उन्हां दी बौड़ी परमात्मा तां करदा क्योंकि गुरमुख जिहड़े हुंदे ने संगत जी, परमात्मा ते भरोसा करके जिंदगी जिउंदे आ। हुण इत्थे प्रतीत शब्द अर्थ है यकीन करना, विश्वास करना। गुरमुखां नूं प्रतीत है हर जियो, उन्हां नूं भरोसा है कि जिन्हों असीं याद करदे पए आ, सच एवे जिद्दन मुसीबत आई परमात्मा बौड़ी करेगा। 15 भगतां विच असीं संखेप थोड़ा जा कदे बाबे सदने दा इतिहास पढ़िओ संगत जी। आ हथ नूं टुंडे करन दा हुक्म राजे ने देता सी। सदना भगत परमात्मा नूं चेते करदा, परमात्मा रखिया करदा। बाबा नामदेव जी ते किन्ने तशद्दद होए, बाबा रविदास जी ते, बाबा कबीर जी ते वेखो किन्ने भाणे वापरे, पर उन्हां दी बौड़ी परमात्मा कीती क्योंकि वो दिन रात गांदे रहे। वो कहंदे सन कि दीन दयाल भरोसा तेरे सब परिवार चढ़ाया बेड़े। तो जो भरोसा करके वो गुण गाने आ, फिर गुरमुखां नूं प्रतीत है हर जियो, मनमुख भरम भुलाया। पर जेडे मन दे पिछे लगे रहिंदे वो भरमां च पए रहिंदे, वो ना उन्हां दी गल फिर भाई गुरदास ने कीती, वो असीं वेखदे आं अगे। इहदे अर्थ है अगे संगत जी कि हर जी ए तेरी वडियाई, भगतां की सच वे पैज रख तू स्वामी, भगत तेरी शरण आई। क्योंकि भगत तेरी शरण विच रहिंदे आ, इस करके तू अपने भगतां दी पैज रखदा। हुण सतगुरु पिता जी जो अज कह रहे ने गुरु अंगद महाराज, फिर वो पंक्ति असीं रिपीट कर लैने कि किस ही कोई कोए मंझ निमाणी एक तू। महाराज जी का ना भाई गुरदास जी दे असीं 2 सवैये दे अर्थ करने आ। इत्थे भाई जी ने बड़ियां सोहणियां उदाहरणां दित्तियां। एक सिख नूं इह सिखाया कि एक सिख होरां दे आसरे छड्ड के केवल गुरु दी टेक किवें लवे। ते ये पंक्ति नूं मान नाल पढ़े कि मंझ निमाणी एक तू, कि मेरी निमाणी दा संगत एक परमात्मा एक तू ही होई है। भाई जी कहंदे दोए दिशा गए गहाए, सह हाथ पांव टूटे, दुराहे दुचित होए, सच एवे धूल पग तार है। ये तो उपरेली पंक्ति है जिहदे विच कहंदे कि जदों असीं वेखदे आ एक शीशा अगे रख लो, भाई जी कहंदे एक शीशा पिछे रख लो।
एक शीशे च दर्पण च अपने मुख नूं वेखांगे ते एक दिसूगा, पर एक वड्डा आकार दा शीशा पिछे ते अगे रखो, तुसी एक होवोगे पर तुहाडे अपने ही हजारां बिंब तुहानूं दिसणगे। ये भाई जी दी उडारी है कि दोए दर्पण देखे एक मैं अनेक रूप। कहंदे दोवां शीशिਆਂ च अगे पिछे रख के वेखोगे तुहानूं अपने ही कई रूप दिसने आ। ते दूजी गल कहंदे दोए नाव भाव तरੈ, सच एवे पहुँचै ना पार है। असी चाहुंदे आ रावी पार करनी आ ते वेड़ियां दी कतार लगी आ, ते कोई कहूगा मेरी च बैठो ते कोई कहूगा मेरी च। असी कहने नहीं मेरे को पैसे बड़े, मैं ते दोवां च बहना। ते सियाणा कहूगा दोवां च ना बह, पार नहीं होवेगा, राह च किते डुबकियां लैंदा फिरेगा। भाई जी कहंदे दोए नाव भाव तरੈ, पहुँचै ना पार है। ਇਹਦੇ अर्थ ने जे एक शीशे च वेखी अपना बिंब दिसदा, बहुतियां च वेखांगे ते रूप वंडे जांदे आ। सच जाने जदों एक ते भरोसा ना रह के बहुतियां ते आवे ते बंदे दा अपना ध्यान वंडिया जांदा है, जिंदगी च खिंडाव आ जांदा है। जिवें दो बेड़ियां च पैर रखण नाल असी दुनिया दे सागर तो पार नहीं हुंदे, इसे तरह बाबा कबीर इस तुक दी प्रौढ़ता करके कहंदे कबीर समुंद ना छोड़िए जो अत खारो होए, पोखत पोखत ढूंढते सच वे भलो ना कह है कोई। कहते तुसी चिक्कड़ च सारी दिहाड़ी हाथ मारी चलो, तानू किसे भला नहीं कहना। पोखर कहते चिक्कड़ नू, पर जे सागर च चुब्बियां मारोगे भावें पानी कौड़ा ओदा खारा है, पर ਉਹਦੇ ਵਿੱਚ ਚੁੱਭੀਆਂ ਮਾਰਨ ਨਾਲ ਬੜੀਆਂ ਧਾਤਾਂ ਮਿਲ ਜਾਂਦੀਆਂ। ਇਸੇ ਤਰ੍ਹਾਂ ਗੁਰੂ ਮਰਿਆਦਾ ਹੈ ਥੋੜੀ ਜੀ ਕੌੜੀ ਆ। ਅੰਮ੍ਰਿਤ ਵੇਲੇ ਉੱਠਣਾ ਤੇ ਔਖਾ ਹੀ ਆ, ਨੇਮ 'ਚ ਰਹਿਣਾ ਔਖਾ ਹੈ, ਸੰਜਮ 'ਚ ਜ਼ਿੰਦਗੀ ਭੋਗਣੀ ਔਖੀ ਆ, ਵਿਸ਼ੇ ਵਿਕਾਰਾਂ ਐਸ਼ ਪ੍ਰਸਤੀ ਨੂੰ ਇੱਕ ਪਾਸੇ ਧਰ ਦੇਣਾ ਔਖਾ ਹੈ। ਪਰ ਬਾਅਦ 'ਚ ਕਹਿੰਦੇ ਇਹ ਔਖਾਈ ਵਿੱਚ ਵੀ ਬਹੁਤ ਭਲਾਈ ਹੈ, ਤੇ ਦੁਨੀਆ ਦੀ ਭਲਾਈ ਵਿੱਚ ਵੀ ਕੌੜੇ ਦੁੱਖ ਛੁਪੇ ਹੋਏ ਆ। बस ये फर्क है। जेड़ी सानू मंजिल मेहनत ते मशक्कत विचों मिले, ओनू हंडाउण दा जेड़ा आनंद है, वो बेले बह के करोड़ापति बन जाण विच आनंद नहीं संगत जी। माज सच्चे पिता इत्थे किरपा करदे ने कि अगे है कि दुराहे दो चित होए धूल पग धार है। ये दूजी असी पंक्ति लई। ते भाई जी कहंदे मान लो एक बंदा ना सूए हुंदे सन पिंडां च आम, ਉਹ दलदल ਦੇ ਵਿੱਚ ਧਸ ਜਾਵੇ, ਡਿੱਗ ਜਾਵੇ, ਬੁਰੇ ਹਾਲ ਹੋਵਣ ਤੇ ਆਵਾਜ਼ਾਂ ਮਾਰੇ ਭਾਈ ਮੈਨੂੰ ਕੱਢ ਲਓ, ਤੇ ਹੁਣ ਡਰ ਇੰਨਾ ਜਾਵੇ ਕਿ ਉਹ ਦੋਨੇ ਪਾਸੇ ਆਪਣੀਆਂ ਬਾਹਾਂ ਕਰਦੇ। ਭਾਈ ਗੁਰਦਾਸ ਕਹਿੰਦੇ ਹੋਵੇਗਾ ਕਿ ਇੱਕ ਬੰਦੇ ਨੂੰ ਬਾਹ ਫੜਾਵੇ ਤੇ ਹੋ ਸਕਦਾ ਉਹ ਖਿੱਚ ਕੇ ਬਾਹਰ ਕੱਢ ਲੇ, ਤੇ ਜੇ ਦੋਨਾਂ ਨੂੰ ਦੋਨੇ ਸਾਈਡਾਂ ਤੋਂ ਬਾਹਾਂ ਫੜਾਈਆਂ, ਬਾਹਾਂ ਤੇ ਟੁੱਟ ਜਾਣਗੀਆਂ, ਬੰਦਾ ਬਾਹਰ ਨਹੀਂ ਆਉਣਾ। ਹੁਣ ਇਹਦਾ ਅਰਥ ਇਹ ਹੈ कि एक बाह गुरु साहब नूं फड़ाई आ, एक बाह बाहर कर्म कांडां नूं भी फड़ाई आ, ते असीं कहंदे आ सच एवे ना रोणिया धोणिया चों निकल जाइए। महाराज कहंदे ओए पुरखा तेरा बेड़ा ते उसे ही थां धसिया पिया, एक बाह तैनूं छडाउणे पैणी जे बाहर निकलना। ये देखो सच है ना कि किस ही कोई मांझ निमानी एक तू। भाई साहब जी कहते दोए दर्पण देखे एक मैं अनेक रूप, दोए नाव पाव तरह पहुँचै न पार है। ते सच है अगे जो असी हुणे पढ़िया सी, ते उत्थे फिर भाई जी कहते तू डुब जावेगा। ते दूजी गल जिहड़ी कीती भाई जी ने कि जदों चौराहा आवे ना, ते संगत जी अक्सर असी ओपरे राह ते होइए, ते जदों चौराहा आ जाए तो बंदा कन्फ्यूज हो जाता है, मना मैं इत्थों सज्जे मुड़ा कि खब्बे मुड़ा, इधरों मैं इधर साइड नूं निकल जावां कि इधर। कहंदे बस जिंदगी दे मोड़ ते दुराहा आया ते बंदे नूं राह भुल गया। जिदन साडे निज दे जीवन च भी आके होर विचारां इकट्ठियां हो जांदियां, बंदे दी जिंदगी पटरी तो लै जांदी आ। ये चार उदाहरणां दो तुकां च ने। अगे है दोए भूप ताको गाओ प्रजा ना सुखी होत। वेखो सौखियां उदाहरणां कि हुण साडे पिंडां च पंचायत है ना, पुराने समय च की हुंदा सी राजियां दे पिंड जिहड़े सी अधीन हुंदे सी। हुण भाई जी कहंदे पिंड होवे एक ते राजे होवण दो, भाव दे दो होवण मालक। कहंदे वो पिंड भुखा मर जू। क्यों? क्योंकि एक राजे नूं होना कि चलो दूजे ने देता होना, ते दूजे नूं होना दूजे ने देता होना। कहंदे वो भरम दे विच दोनों ही नहीं दे पांदे, तां करके दो आसरियां करके वो पिंड नूं सहूलतां ही नहीं मिल पांदियां। इस करके मर्ज कहंदे दोए भूप दो राजे ने, ताको गाओ प्रजा ना सुखी होत, ते दोए पुरखण की ना कलू कला बदू नार है। मर्ज कहंदे एक तीवी दोवां ना व्याही जाए कदे सुखी नहीं जीवन वाली हो सकती। तां करके संगत जी जे सिख होवे होए गुर सिख
ਆਨ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਧ੍ਰਿਗ ਜੀਵਨ ਸੰਸਾਰ ਹੈ। ਭਾਈ ਜੀ ਕਹਿੰਦੇ ਆਪਣੇ ਆਪ ਨੂੰ ਸਿੱਖ ਕਹਿੰਦਾ ਹੋਵੇ, ਮਾਫ ਕਰਿਓ ਇਹ ਅਰਥ ਕਰਨੇ ਪੈਣੇ ਨੇ। ਤੇ ਜੇ ਹੋਰਾਂ ਦੇਵੀ ਦੇਵਤਿਆਂ ਦੀ ਪੂਜਾ ਕਰੇ ਤੇ ਕਵੇ ਮੈਂ ਜੀ ਸਿੱਖਾਂ ਗੁਰੂ ਦਾ, ਮਹਾਰਾਜ ਕਹਿੰਦੇ ਜੰਮਾ ਦੀ ਮਾਰ ਪਵੇਗੀ ਤੇ ਲੋਕ ਵੀ ਧ੍ਰਿਗ ਕਹਿਣਗੇ, ਭਾਵ ਲੋਕ ਗਏ ਪਰ ਲੋਕ ਗਵਾਇਓ। ਇਹ ਇੱਕ ਸਵਈਆ। ਦੂਜਾ ਸਵਈਆ ਬਹੁਤ ਸੁਖਾਇਣ ਇਹ ਵੀ, ਤੇ ਇਸੇ ਤੁਕ ਦੇ ਉੱਤੇ ਕਿ ਵੰਝ ਨਿਮਾਣੀ ਇੱਕ ਤੂੰ। ਭਾਈ ਜੀ ਕਹਿੰਦੇ ਮੰਨ ਲਓ ਇੱਕ ਬੰਦੇ ਨੂੰ ਅੰਬ ਖਾਣ ਦਾ ਬੜਾ ਸ਼ੌਂਕ ਹੈ ਤੇ ਹੁਣ ਉਹ ਅੰਬ ਮਿਲ ਨਹੀਂ ਰਿਹਾ ਕਿਉਂਕਿ ਬੇਮੌਸਮਾ ਸਮਾਂ ਹੈ। ਤੇ ਜੇ ਕੋਈ ਕਵੇ ਤੂੰ ਇਮਲੀ ਖਾ ਕੇ ਖੱਟੀ ਤੇ ਅੰਬ ਦਾ ਸਵਾਦ ਲੈ ਲੈ, ਕਦੇ ਨਹੀਂ ਆਵੇਗਾ। ਆਂਬਣ ਕੀ ਸਦਰ ਕਤ ਮਿਟਤ ਅੰਬਲੀ ਖਾਹੇ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ। ਚਾਚੇ ਤਾਏ ਲੱਖ ਹੋਵਣ ਇਸ ਧਰਤੀ ਤੇ, ਪਰ ਸੱਚ ਜਾਣਿਓ ਭਾਵੇਂ ਬਾਪੂ ਦਿਹਾੜੀ ਕਰਕੇ ਟੱਬਰ ਪਾਲਦਾ ਹੋਵੇ, ਪਿਤਾ ਵਰਗਾ ਬਾਦਸ਼ਾਹੀ ਦਾ ਸੁੱਖ ਕਦੇ ਪੁੱਤ ਚਾਚੇ ਤਾਇਆਂ ਤੋਂ ਨਹੀਂ ਲੈ ਸਕਦਾ। ਇਹ ਕਿਉਂਕਿ ਇੱਕ ਪੱਖ ਲੈ ਕੇ ਚੱਲੋ, ਇੱਥੇ ਇਹ ਨਹੀਂ ਕਿ ਚਾਚੇ ਤਾਇਆਂ ਦੀ ਨਿੰਦਿਆ ਹੋ ਰਹੀ ਹੈ, ਨਹੀਂ, ਇੱਥੇ ਸਿਰਫ ਪਿਤਾ ਜੀ ਦੀ ਵਡਿਆਈ। ਕਿਉਂਕਿ ਉਦਾਹਰਨ ਗੁਰੂ ਸਾਹਿਬ ਤੇ ਢੁੱਕਦੀ ਆ ਕਿ ਜਦੋਂ ਗੁਰੂ ਰੂਪੀ ਪਿਤਾ ਤੇ ਨਾਮ ਰੂਪੀ ਮਿਠਾਸ ਤੁਹਾਡੇ ਕੋਲੇ, ਫਿਰ ਤੁਸੀਂ ਹੋਰਾਂ ਦੇ ਡੇਰਿਆਂ ਤੇ ਅੱਗੇ ਮੱਥੇ ਟੇਕ ਕੇ ਕਾਹਨੂੰ ਆਪਣੇ ਪਿਤਾ ਦੇ ਦਰ ਦੀ ਵੀ ਨਰਾਦਰੀ ਕਰਦੇ ਪਿਓ। ਭਾਈ ਜੀ ਨੇ ਦੂਜੀ ਉਦਾਹਰਨ ਇੱਥੇ ਦਿੱਤੀ, ਚਲੋ ਰਿਪੀਟ ਵੀ ਅਸੀਂ ਕੀਤੀ ਕਿ ਸਾਗਰ ਕੀ ਨਿਤ ਕਤ ਪਾਈਅਤ ਪੋਕਰ ਸੈ, ਸਾਗਰ ਦਾ ਮੁਕਾਬਲਾ ਪਿੰਡ ਦਾ ਛੱਪੜ ਨਹੀਂ ਕਰ ਸਕਦਾ। ਸੱਚ ਜਾਣਿਓ ਗੁਰੂ ਨਾਨਕ ਦੇ ਦਰ ਦਾ ਮੁਕਾਬਲਾ ਦੁਨੀਆ ਦੇ ਵਹਿਮ ਭਰਮ ਕਰਮ ਕਾਂਡੀ ਡੇਰੇ ਨਹੀਂ ਕਰ ਸਕਦੇ। ਚਲੋ ਜਿਨ੍ਹਾਂ ਨੂੰ ਸਮਝ ਆ ਜੇ, ਸਾਗਰ ਕੀ ਨਿਤ ਕਤ ਪਾਈਅਤ ਪੋਖਰ ਸੈ, ਤੇ ਦਿਨ ਕਰ ਸਰ ਦੀਪ ਜੋਤ ਨਾ ਪੁਜਾਈ ਹੈ। ਮੈਂ ਕਹਿੰਦਾ ਕਮਾਲ ਹੈ ਭਾਈ ਗੁਰਦਾਸ ਜੀ ਤੁਹਾਡੀ ਉਡਾਰੀ ਦੀ। ਕਹਿੰਦੇ ਇੱਕ ਪਾਸੇ ਸੂਰਜ ਚੜਿਆ ਹੋਵੇ ਤੇ ਇੱਕ ਪਾਸੇ ਤੁਸੀਂ ਲੱਖਾਂ ਦੀਵੇ ਬਾਲ ਦੋ, ਲੱਖਾਂ ਕਰੋੜੇ ਦੀਵੇ ਬਲ ਕੇ ਵੀ ਸੂਰਜ ਦੀ ਲੋ ਦਾ ਮੁਕਾਬਲਾ ਨਹੀਂ ਕਰ ਸਕਦੇ। ਗੁਰੂ ਨਾਨਕ ਦਾ ਘਰ ਉਹ ਸੂਰਜ ਹੈ ਜਿਸ ਸੂਰਜ ਤੋਂ ਬਿਨਾਂ ਦੁਨੀਆ 'ਚ ਘੋਰ ਅੰਧਾਰੇ। ਉਹ ਅਸੀਂ ਦੀਵਿਆਂ ਦੀ ਆਸ ਲੈਣੀ ਛੱਡ ਦਈਏ, ਸਾਨੂੰ ਸੂਰਜ ਦੇ ਨਾਲ ਆ ਕੇ ਬੈੜਾ ਉੱਠਣਾ ਚਾਹੀਦਾ, ਕਿਉਂਕਿ ਜਦੋਂ ਗੁਰਬਾਣੀ ਰੂਪੀ ਸੂਰਜ ਕੋਲ ਆਵਾਂਗੇ ਇਹਦਾ ਪ੍ਰਕਾਸ਼ ਸਾਡੀ ਜ਼ਿੰਦਗੀ ਦੇ ਸਾਰੇ ਦੁੱਖਾਂ ਕਲੇਸ਼ਾਂ ਦੇ ਹਨੇਰਿਆਂ ਨੂੰ ਦੂਰ ਕਰ ਦੂਗਾ। ਤੀਜੀ ਤੁਕ 'ਚ ਭਾਈ ਜੀ ਕਹਿੰਦੇ ਜਿਵੇਂ ਅਸੀਂ ਇਹ ਪੜ੍ਹਦੇ ਜਾ ਰਹੇ ਹਾਂ ਤੇ ਉੱਥੇ ਹੈ ਸੰਗਤ ਜੀ, ਕਹਿੰਦੇ ਕਿ ਜਿਵੇਂ ਇੱਕ ਪਾਸੇ ਚੰਦਨ ਦਾ ਬੂਟਾ ਹੈ, ਇੱਕ ਪਾਸੇ ਹੋਰ ਵੱਡੇ ਵੱਡੇ ਆਕਾਰੀ ਬੂਟੇ ਨੇ, ਪਰ ਸੁਗੰਧੀ ਚੰਦਨ ਵਿੱਚੋਂ ਆਉਂਦੀ ਆ। ਭਾਈ ਸਾਹਿਬ ਜੀ ਕਹਿੰਦੇ ਆਓ ਦੁਨੀਆ ਦੇ ਲੋਗੋ, ਦੁਨੀਆ ਦੇ ਅੰਦਰ ਕੇਵਲ ਗੁਰੂ ਨਾਨਕ ਦਾ ਘਰ ਇਹੋ ਜਾਏ ਜਿਸ ਘਰ ਦੇ ਵਿੱਚ ਤੁਹਾਨੂੰ ਹਮੇਸ਼ਾ ਦਿਆਲਤਾ ਮਿਲੂਗੀ, ਹਮੇਸ਼ਾ ਇੱਥੇ ਆ ਕੇ ਤੁਹਾਨੂੰ ਮਿਹਰਬਾਨਤਾ ਮਿਲੂਗੀ। ਤਾਂ ਕਰਕੇ ਆਪਾਂ ਭਾਈ ਜੀ ਕਹਿੰਦੇ ਉਸ ਗੁਰੂ ਦੀ ਵਡਿਆਈ 'ਚ ਲੱਗੀਏ ਜਿਸ ਗੁਰੂ ਦੀ ਵਡਿਆਈ ਸੂਰਜ ਚੜ੍ਹੇ ਤੋਂ ਲੈ ਕੇ ਅਸਤ ਹੋਣ ਤੱਕ ਸਾਰੇ ਦਿਸ਼ਾਵਾਂ 'ਚ ਹੁੰਦੀ ਪਈ ਆ। ਸੋ ਇਹ ਸਵਈਆ ਕਿ ਆਂਬਣ ਕੀ ਸਦਰ ਕਤ ਮਿਟਤ ਅਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ। ਸਾਗਰ ਕੀ ਨਿਤ ਕਤ ਪਾਈਅਤ ਪੋਖਰ ਸੈ, ਦਿਨ ਕਾ ਸਰ ਦੀਪ ਜੋਤ ਨਾ ਪੁਜਾਈ ਹੈ। ਤੇ ਅੱਗੇ ਫਿਰ ਭਾਈ ਜੀ ਨੇ ਇਹ ਕਿਰਪਾ ਕੀਤੀ ਸੀ ਉੱਥੇ ਕਿ ਚੰਦਨ ਸੁਬਾਸ ਨਾ ਪਲਾਸ ਮਹਿਕਾਈ ਹੈ। ਸੱਚ ਐਵੇਂ ਸ਼੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ, ਕਹਿੰਦੇ ਜੋ ਖੰਡ ਬ੍ਰਹਮੰਡ ਉਹਦਾ ਅਸਤ ਲੋਤਾਈ ਹੈ। ਕਿਤੇ ਮਰਜੀ ਵੇਖ ਲੋ, ਜੋ ਵਡਿਆਈ ਗੁਰੂ ਸਾਹਿਬ ਦੀ ਇੱਥੇ ਆ ਉਹੀ ਹੋਰ ਬ੍ਰਹਮੰਡਾਂ ਦੇ ਵਿੱਚ ਆ। ਇਹ ਅਸੀਂ ਚਲੋ ਅੱਜ ਲਿਆ, ਇੱਕ ਗੱਲ ਕਹਿ ਕੇ ਬਾਈ ਦੱਧ ਲਾਲ ਜੀ ਦੇ ਜੀਵਨ ਚੋਂ ਸਮਾਪਤੀ ਕਰ ਦੇਣੀ ਆ ਕਿ ਕਿਸ ਹੀ ਕੋਈ ਕੋਏ ਵੰਝ ਨਿਮਾਣੀ ਇੱਕ ਤੋਂ। ਬਾਬਾ ਫਰੀਦ ਜੀ ਦਾ ਨਾ ਇੱਕ ਸ਼ਲੋਕ ਹੈ ਸੰਗਤ ਜੀ, ਬਾਬਾ ਜੀ ਇੰਨਾ ਪਿਆਰ ਖੁਦਾ ਨੂੰ ਕਰਦੇ, ਉਹਨਾਂ ਦਾ ਜੀਵਨ ਪੜੋ ਤੇ ਉਹਨਾਂ ਦੇ ਜਿਹੜੇ ਚੇਲੇ ਹੋਏ ਨਾ, ਜਿਨ੍ਹਾਂ ਦੇ ਨਾਮ ਤੋਂ ਨਿਜ਼ਾਮੂਦੀਨ ਸਟੇਸ਼ਨ ਹੈ ਦਿੱਲੀ ਦੇ ਨੇੜੇ ਆ, ਤੁਸੀਂ ਸਫ਼ਰ ਕੀਤਾ ਹੋਣਾ, ਇਹ ਇਹਨਾਂ ਦੇ ਚੇਲੇ ਹੋਏ ਨੇ ਬਾਬਾ ਫਰੀਦ ਜੀ ਦੇ। ਤੇ ਬਾਬਾ ਫਰੀਦ ਜੀ ਦੇ ਜਿਹੜੇ ਗੁਰੂ ਸੀ ਖਵਾਜਾ ਬਖਤਿਆਰ ਕਾਕੀ, ਉਹ ਥਾਂ ਜਿਸ ਥਾਂ ਦੇ ਉੱਤੇ ਸਿੱਖਾਂ ਨੂੰ 100 ਨੂੰ ਵੱਢਿਆ ਗਿਆ ਤੇ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਭਾਈ ਬਾਜ ਸਿੰਘ ਰਣ ਸਿੱਧ ਇਤ ਆਦਿਕ 25 ਸਿੱਖਾਂ ਦੇ ਸਿਰ ਧੜ ਨਾਲੋਂ ਵੱਖਰੇ ਕਰਤੇ ਸੀ ਫਰਕਸ਼ੀਰ ਦੇ ਹੁਕਮ 'ਚ। ਉਹ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਸਾਹਮਣੇ ਪੌਣੇ 4 ਸਾਲ ਦੇ ਪੁੱਤ ਦੇ ਕੱਢ ਕੇ ਕਲੇਜੇ ਨੂੰ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਇਆ। ਇਹ ਗੁਰੂ ਸੀ ਬਾਬਾ ਫਰੀਦ ਦਾ। ਬਾਬਾ ਫਰੀਦ ਜੀ ਨਾ ਇੱਕ ਦਿਨ ਕਹਿੰਦੇ ਆਪਣੇ ਜਿਸ ਘਰ 'ਚ ਰਹਿੰਦੇ ਰਹੇ ਤੇ ਪੁਰਾਣੇ ਸਮੇਂ ਤੁਹਾਨੂੰ ਪਤਾ ਮਿੱਟੀ ਦੇ ਨਾਲ ਲੇਪਣ ਹੋਣਾ ਤੇ ਝੀਥਾਂ ਬੜੀਆਂ ਹੁੰਦੀਆਂ ਸੀ। ਕਹਿੰਦੇ ਬਾਬਾ ਫਰੀਦ ਜੀ ਨਾ ਅੰਦਰ ਰਾਤ ਦਾ ਸਮਾਂ ਹੈ ਤੇ ਜਿਹੜੇ ਝੀਥ ਦੇ ਵਿੱਚੋਂ
ਇਹ ਲਿਖਦੇ ਗੱਲ ਨਿਜ਼ਾਮੁਦੀਨ ਕਹਿੰਦੇ ਹੈ ਤੇ ਗੱਲ ਮਾੜੀ ਦਾ ਵੇਖਣਾ ਨਹੀਂ ਚਾਹੀਦਾ, ਪਰ ਕਹਿੰਦੇ ਮੇਰੇ ਮੁਰਸ਼ਦ ਸੀ, ਮੈਨੂੰ ਪਤਾ ਸੀ ਉਹ ਖੁਦਾ ਦੀ ਜਾਤ 'ਚ ਜੁੜਦੇ ਤੇ ਮੈਂ ਕੇਵਲ ਇਹ ਵੇਖਦਾ ਸੀ ਉਹਨਾਂ ਦੀ ਅਵਸਥਾ ਕਿੱਡੀ ਵੱਡੀ। ਕਹਿੰਦੇ ਇੱਕ ਦਿਨ ਮੈਂ ਕੀ ਵੇਖਿਆ, ਕਮਰੇ ਦੇ ਵਿੱਚ ਦੀਵਾ ਬਲਦਾ ਤੇ ਬਾਬਾ ਫਰੀਦ ਜੀ ਨਾ ਸੰਗਤ ਜੀ ਦੋਨੇ ਗੋਡੇ ਰੱਖ ਕੇ ਆਪਣੇ ਉਸ ਮੁਸੱਲੇ ਤੇ ਹੱਥ ਜਿੱਦਾਂ ਮੁਸਲਮਾਨ ਕਰਦੇ ਇਵੇਂ ਕਰਦੇ ਆ। ਕਹਿੰਦੇ ਕਿ ਜਦੋਂ ਮੱਥਾ ਟੇਕਦੇ ਆ ਤੇ ਕਹਿੰਦੇ ਆ ਖੁਦਾ ਫਰੀਦ ਜੀਵੇ ਵੀ ਤੇ ਕੇਵਲ ਤੇਰੇ ਲਈ, ਤੇ ਮੱਥਾ ਟੇਕ ਕੇ ਤਾਂ ਨੂੰ ਹੱਥ ਕਰਕੇ ਕਹਿੰਦੇ ਆ ਫਰੀਦ ਜੇ ਮਰੇ ਵੀ ਤੇ ਕੇਵਲ ਤੇਰੇ ਲਈ, ਕਿ ਫਰੀਦ ਦਾ ਰੋਮ ਰੋਮ ਪਰਮਾਤਮਾ ਤੇਰੇ ਤੋਂ ਆ, ਜੇ ਨਹੀਂ ਤੇ ਮੈਂ ਜ਼ਿੰਦਗੀ ਦਾ ਕੋਈ ਮਾਇਨਾ ਨਹੀਂ ਜਿਉਂਦਾ ਰੱਖਦਾ। ਤੇ ਉਹ ਆਪਣੀ ਬਾਣੀ 'ਚ ਕਹਿੰਦੇ ਬਾਰ ਪਰਾਇਆ ਵੈਸਨਾ, ਬਾਰ ਕਹਿੰਦੇ ਨੇ ਪੁਰਾਣਾ ਬੋਲ ਸਾਡਾ ਸ਼ਬਦ ਹੈ ਕਿ ਬੂਆ ਢੋ ਦਿਓ ਜੀ, ਬਾਰ ਭੇਟ ਦਿਓ, ਬਾਰ ਕਹਿੰਦੇ ਦੂਜੇ ਦੇ ਬੂਹੇ ਤੇ ਬਹਿਣਾ, ਮੰਝ ਨਿਮਾਣੀ ਇੱਕ ਤੂੰ, ਬਾਰ ਪਰਾਇਆ ਵੈਸਨਾ ਸਾਈ ਮੁਝੇ ਨਾ ਦੇ। ਫਰੀਦ ਬਾਬਾ ਕਹਿੰਦੇ ਪ੍ਰਮਾਤਮਾ ਮੈਨੂੰ ਆਪਣੇ ਦਰ ਤੋਂ ਚੁੱਕ ਕੇ ਕਿਸੇ ਹੋਰ ਦੇ ਬੂਹੇ ਤੇ ਨਾ ਭਾਈ, ਤੇ ਜੇ ਮੇਰੇ ਕਰਮਾਂ 'ਚ ਕੁਝ ਇਹੋ ਜਿਹਾ ਕਰਮ ਲਿਖਿਆ ਏ ਉਸ ਦਿਨ ਆਉਣ ਤੋਂ ਪਹਿਲਾਂ ਮੇਰੀ ਜਾਨ ਜ਼ਰੂਰ ਕੱਢ ਲਈ ਤੂੰ, ਮੈਂ ਤੇਰੇ ਤੋਂ ਬਿਨਾਂ ਨਹੀਂ ਜਿਉਣਾ ਚਾਹਨਾ। ਕਹਿੰਦੇ ਬਾਬਾ ਫਰੀਦ ਕਹਿੰਦੇ ਬਾਹਰ ਪਰਾਇਆ ਵੈਸਨਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜੀਓ ਸ਼ਰੀਰ ਓਲੇ। ਕਹਿੰਦੇ ਇੱਕ ਬਾਬਾ ਜੀ ਨਾ ਬੜੇ ਬਜ਼ੁਰਗ ਹੋ ਗਏ, ਬਾਬਾ ਫਰੀਦ ਬੜੀ ਉਮਰ ਭੋਗੀ, ਉਹਨਾਂ ਦੇ ਮੁਰੀਦਾਂ ਨੇ ਸੰਗਤ ਜੀ ਇੱਕ ਡੰਡਾ ਦੇਤਾ ਸੋਟੀ ਕਿ ਤੁਸੀਂ ਇਹਦਾ ਨਾ ਆਸਰਾ ਲੈ ਕੇ ਤੁਰ ਲਿਆ ਕਰੋ, ਹੁਣ ਸਰੀਰ ਨਹੀਂ ਚੱਲਦਾ ਇੰਨਾ। ਕਹਿੰਦੇ ਜੀ ਬਾਬਾ ਜੀ ਨੇ ਨਾ ਡੰਡਾ ਫੜ ਲਿਆ ਤੇ 10 ਕਦਮ ਪੁੱਟੇ। ਸੰਗਤ ਜੀ ਵੇਖੋ ਇਹ ਪਿਆਰ ਸੀ ਸੂਫੀਆਂ ਦਾ, ਭਗਤਾਂ ਦਾ, ਤੇ ਡੰਡਾ ਨਾ ਵਗਾ ਕੇ ਮਾਰਿਆ ਤੇ ਇੱਕਦਮ ਜਾਓ ਜਾਈ ਰੋਣ ਲੱਗ ਪਏ। ਮੁਰੀਦ ਇਕੱਠੇ ਹੋ ਕੇ ਆਏ, ਕਹਿੰਦੇ ਬਾਬਾ ਜੀ ਕੀ ਹੋਇਆ? ਕਹਿੰਦੇ ਉਹ ਫਰੀਦ ਸਾਰੀ ਉਮਰ ਖੁਦਾ ਦੇ ਆਸਰੇ ਜਿਉਂਦਾ ਰਿਹਾ, ਅੱਜ ਡੰਡਿਆਂ ਦੇ ਆਸਰੇ ਲੈਣ ਲੱਗ ਪਿਆ। ਇਹ ਬਾਬਾ ਫਰੀਦ ਸੀ ਜਿਹਨੂੰ ਗੁਰੂ ਗ੍ਰੰਥ ਸਾਹਿਬ 'ਚ ਥਾਂ ਮਿਲੀ। ਭਾਈ ਨੰਦ ਲਾਲ ਦਾ ਮੈਂ ਜ਼ਿਕਰ ਕੀਤਾ ਸੰਗਤ ਜੀ, ਇੱਕ ਦਿਨ ਨਾ ਭਾਈ ਨੰਦ ਲਾਲ ਨੇ ਆਪਣੇ ਕੇਸ ਹਰੇ ਕੀਤੇ, ਭਾਵ ਸਿੱਖ ਬੋਲੇ 'ਚ ਕੇਸਾਂ ਨੂੰ ਸੁਕਾਉਣਾ ਨਹੀਂ ਕਹਿੰਦੇ, ਕਿ ਕੇਸ ਹਰੇ ਕਰ ਰਿਹਾ ਸੀ ਧੋ ਕੇ, ਤੇ ਹਵਾ ਦੇ ਨਾਲ ਗੱਲਾਂ ਕਰਨ ਚੱਲ ਗਏ। ਅਨੰਦਪੁਰ ਸਾਹਿਬ ਬੜੀਆਂ ਪਹਾੜੀਆਂ ਹੁੰਦੀਆਂ ਸੀ, ਕਹਿੰਦੇ ਆ ਹਵਾ ਤੇਰੇ ਨਾਲ ਗੱਲਾਂ ਕਰਨੀਆਂ ਦੋਕ, ਤੇ ਹਵਾ ਵੀ ਰੁਕ ਗਈ, ਕਵੀ ਦੀ ਉਡਾਰੀ ਆਪਣੀ। ਹਵਾ ਕਹਿਣ ਲੱਗੀ ਮੇਰੇ ਨਾਲ ਤੈਨੂੰ ਕੀ ਕੰਮ ਪੈ ਗਿਆ? ਕਹਿੰਦਾ ਮੈਂ ਤੇਰੇ ਕੋਲ ਇੱਕ ਵਾਅਦਾ ਲੈਣਾ। ਕਹਿੰਦੀ ਦੱਸ ਤੂੰ ਹੈ ਕੌਣ? ਕਹਿੰਦਾ ਮੈਂ ਕਲਗੀ ਵਾਲਿਆਂ ਦਾ ਸਿੱਖ ਹਾਂ, ਤੇ ਵਾਅਦਾ ਮੈਂ ਇਹ ਲੈਣਾ ਕਿ ਜਿੱਦਣ ਮੈਂ ਸੰਸਾਰ ਤੋਂ ਜਾਵਾਂ, ਮਰਨਾ ਤੇ ਸਾਰਿਆਂ ਨੇ ਆ, ਮੇਰੇ ਚਿੱਖਾਂ ਨੂੰ ਅੱਗ ਬਲੇ, ਤੂੰ ਇੱਕ ਕੰਮ ਕਰੀ, ਜਦੋਂ ਤੱਕ ਮੇਰੀ ਰਾਖ ਨਾ ਸਾਂਭੀ ਜਾਏ ਉਨੀ ਦੇਰ ਤੂੰ ਹਵਾ ਦਾ ਰੁੱਖ ਨਾ ਉਧਰ ਨੂੰ ਕਰੀ। ਤੇ ਭਾਈ ਨੰਦ ਲਾਲ ਨੂੰ ਹਵਾ ਕਹਿਣ ਲੱਗੀ ਕਿਉਂ ਨਾ ਕਰਾਂ? ਕਹਿੰਦਾ ਇਸ ਕਰਕੇ ਕਿ ਸਾਰੀ ਉਮਰ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੁੱਤਾ ਬਣ ਕੇ ਭੌਂਕਦਾ ਰਿਹਾ। ਵੇਖੋ ਇਹ ਸ਼ਬਦ ਸੀ ਉਹਨਾਂ ਦੇ। ਸਾਰੀ ਉਮਰ ਭਾਈ ਨੰਦ ਲਾਲ ਉਸ ਗੁਰੂ ਨਾਨਕ ਦੇ ਘਰ ਦੀਆਂ ਰੋਟੀਆਂ ਖਾਂਦਾ ਰਿਹਾ। ਸਾਰੀ ਉਮਰ ਜਿਉਂਦਿਆਂ ਜੀ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਦੀਆਂ ਸਿਫਤਾਂ ਦੇ ਸ਼ੇਰ ਉਚਾਰਦਾ ਰਿਹਾ। ਮੈਨੂੰ ਇਹ ਮਿਹਣਾ ਨਾ ਸੁਣਨਾ ਪਵੇ ਕਿ ਭਾਈ ਨੰਦ ਲਾਲ ਜਿਉਂਦਿਆਂ ਜੀ ਤੇ ਗੁਰੂ ਗੋਬਿੰਦ ਸਿੰਘ ਦਾ ਦਰਵਾਜ਼ਾ ਨਾ ਛੱਡਿਆ, ਓਏ ਮਰ ਕੇ ਤੇਰੀ ਰਾਖ ਸਾਡੇ ਬੂਹਿਆਂ 'ਚ ਰੁਲਦੀ ਪਈ ਆ। ਕਹਿੰਦਾ ਮੈਂ ਮਰ ਕੇ ਵੀ ਕਿਸੇ ਦੇ ਬੂਹੇ ਤੇ ਨਹੀਂ ਜਾਣਾ ਚਾਹਨਾ। ਇਹ ਸੱਚ ਹੈ ਸੰਗਤ ਜੀ। ਐਡਾ ਪਿਆਰ ਕੀਤਾ ਸੀ ਗਨੀ ਖਾਨ ਨਵੀ ਖਾਨ ਨੇ। ਕਹਿੰਦਾ ਸੀ ਮਰ ਜਾਈਏ ਮਾਂ, ਮਰਨਾ ਏ, ਪਰ ਮੈਂ ਇੱਕ ਗੱਲ ਕਹਿਣੀ ਚਾਹਨਾ, ਸਾਡੀਆਂ ਕਬਰਾਂ ਇਸ ਗੁਰੂ ਦੇ ਬਾਹਰ ਬਣਾ ਦਿਓ ਦਰਵਾਜ਼ੇ ਤੇ, ਅਸੀਂ ਲੋਕਾਂ ਨੂੰ ਦਸੀਏ ਅਸੀਂ ਮੋਢਾ ਲਾਇਆ ਸੀ ਕਿ ਤੇਰੇ ਕੋਲ ਆਉਣ ਤੋਂ ਪਹਿਲਾਂ ਸਾਡੀਆਂ ਛਾਤੀਆਂ ਕੋਈ ਵਿੰਨੇ, ਅਸੀਂ ਅੱਜ ਤੱਕ ਤੇਰੇ ਦਰ ਤੇ ਪਹਿਰਾ ਦੇ ਰਹੇ, ਅਸੀਂ ਤੇਰੇ ਅੱਜ ਵੀ ਮੁਰੀਦ ਆ। ਇੰਨਾ ਪਿਆਰ ਗੁਰੂ ਨੂੰ ਕਰੀਏ ਕਿ ਮੰਝ ਨਹੀਂ ਮਾਣੀ ਇੱਕ ਤੂੰ। ਉਹ ਫਾਰਸੀ ਦਾ ਸ਼ੇਰ ਹੈ ਉਹਨਾਂ ਦਾ ਕਿ ਮੱਬਰ ਐ ਬਾਦ ਖਾਕਮ ਅੱਜ ਦੁਸ਼ਤ, ਕਿ ਐ ਮੇਰੀ ਹਵਾ ਮੇਰੀ ਖਾਕ ਨੂੰ ਬਿਲਕੁਲ ਦੂਜੇ ਪਾਸੇ ਨਾ ਖੜੀ ਕਿਉਂ? ਦੁਸ਼ਮਨਮ ਸਰਜਨਸ ਕੁਨਦ ਕੇ ਹਰ ਜਾਈ ਸਤ, ਮੇਰੇ ਨਾਲ ਈਰਖਾ ਤੇ ਦੁਸ਼ਮਣੀ ਕਰਨ ਵਾਲੇ ਮੈਨੂੰ ਮਿਹਣਾ ਨਾ ਮਾਰ ਦੇਣ। ਇਹਦਾ ਪੰਜਾਬੀ 'ਚ ਤਰਜਮਾ ਕੀਤਾ ਸਾਡੇ ਹਰਭਜਨ ਸਿੰਘ ਜੀ ਨੇ। ਉਹ ਕਹਿੰਦੇ ਨੇ ਗੁਰੂ ਘਰੋਂ ਨਾ ਚੁੱਕ ਲਜਾਈ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨੇ ਉਹ ਲਗਾਏ। ਆਓ ਆਪਣੇ ਗੁਰੂ ਨੂੰ ਪਛਾਣੀਏ ਸੰਗਤ ਜੀ। ਸਾਡੇ ਗੁਰੂ ਨੂੰ ਵੇਖਣ ਵਾਲੀ ਅੱਖ ਗੁਰੂ ਦੀ ਬਾਣੀ ਨੇ ਸਾਨੂੰ ਬਖਸ਼ਣੀ। ਉਸ ਬਾਣੀ ਦੇ ਅਭਿਆਸੀ ਬਣ ਕੇ ਸਮਰਪਿਤ ਹੋਈਏ ਗੁਰੂ ਨੂੰ। ਫਿਰ ਮਹਾਰਾਜ ਕਹਿੰਦੇ ਮਹੱਲਾ ਦੂਜਾ, ਜਾਂ ਸੁਖ ਤਾਂ ਸ਼ੋਹਰਾਵਿਓ। ਜਦੋਂ ਸੁਖ ਹੁੰਦਾ ਗੁਰੂ ਅੰਗਦ ਪਿਤਾ ਕਹਿੰਦੇ ਅਸੀਂ ਰੱਬ ਨੂੰ ਬੜਾ ਯਾਦ ਰੱਖਦੇ ਹਾਂ, ਦੁੱਖ ਵੀ ਸੰਭਾਲ ਲਿਓਏ।
उस परमात्मा नूं दुखां च सुखां च हमेशा याद रखो। नानक है सियाणीए कंत मिलावा होए, इदां महाराज कहंदे उहनूं सियाणा कहीदा ते ਉਹ परमात्मा तक भी पहुँच जाता है। पौड़ी हऊँ क्या सलाही किरम जंत वड्डी तेरी वडियाई। ਆਪਾਂ ਸਾਰੇ ਇੱਥੇ ਬਹਿ ਕੇ ਸਿਫਤਾਂ ਕਰਦੇ ਆ, ਸਾਰੀ ਦੁਨੀਆ ਵਾਹਿਗੁਰੂ ਜੀ ਦੀ ਸਿਫਤਾਂ ਕਰਦੀ, ਪਰ ਪ੍ਰਮਾਤਮਾ ਦੀ ਸਿਫਤ ਕਰਨੀ ਤੇ ਪ੍ਰਮਾਤਮਾ ਦੀ ਸੱਚ ਇਵੇਂ ਅਭੇਦਤਾ ਲੈਣੀ। ਮਹਾਰਾਜ ਕਹਿੰਦੇ ਇਵੇਂ ਆ ਜਿਵੇਂ ਇੱਕ ਕੀੜਾ ਬਹੁਤ ਵੱਡੇ ਪਹਾੜ ਤੇ ਚੜ੍ਹਨਾ ਚਾਹੁੰਦਾ, ਕਿਉਂਕਿ ਉਹ ਪ੍ਰਮਾਤਮਾ ਤਾਂ ਸਿਫਤਾਂ ਤੋਂ ਵੀ ਉੱਪਰ ਦਾ ਵਿਸ਼ਾ ਹੈ। ਤੂੰ ਅਗਮ ਦਿਆਲ ਅਗੰਮ ਹੈ, ਉਹ ਪ੍ਰਮਾਤਮਾ ਦਿਆਲੂ ਹੈ। ਅਗੰਮ ਦੇ ਅਰਥ ਹੁੰਦੇ ਅਪਹੁੰਚ, ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਆਪ ਲਹਿ ਮਿਲਾਈ, ਪਰ ਉਹ ਆਪ ਕਿਰਪਾ ਕਰੇ, ਉਹ ਜਿਹਾ ਜੀਵਨ ਬਖਸ਼ਦੇ ਤੇ ਆਪਣੇ ਨਾਲ ਮੇਲ ਲੈਂਦਾ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਬੇਲੀ ਕਹਿੰਦੇ ਮਿੱਤਰ ਨੂੰ। ਗੁਰੂ ਜੀ ਕਹਿੰਦੇ ਮੇਰਾ ਤੇਰੇ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਮਿੱਤਰਨੀ, ਤੂੰ ਅੰਤ ਛਡਾਈ ਸਖਾਈ। ਤੇ ਪ੍ਰਮਾਤਮਾ ਹਰ ਦੁੱਖ ਦੀ ਤੇ ਮੇਰੇ ਜੀਵਨ ਦੀ ਅਖੀਰਲੀ ਘੜੀ ਤੂੰ ਮੇਰਾ ਸਖਾਈ ਹੋਵੇਗਾ। ਜੋ ਤੇਰੀ ਸ਼ਰਨਾਗਤੀ ਤਿਨ ਲਹਿ ਛਡਾਈ, ਜੋ ਤੇਰੀ ਸ਼ਰਨ ਰਹਿੰਦੇ ਨੇ ਉਹਨਾਂ ਨੂੰ ਤੂੰ ਆਪ ਹੱਥ ਦੇ ਕੇ ਬਚਾਉਣਾ। ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤੁਮਾਈ। ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਨਾ ਜਿਹੜਾ ਸੰਗਤ ਜੀ ਬੜਾ ਬੇਪਰਵਾਹ ਹੈ, ਉਹਨੂੰ ਤਿਲ ਮਾਤਰ ਵੀ ਤਮਾ ਨਹੀਂ, ਕਿਸੇ ਚੀਜ਼ ਦਾ ਲਾਲਚ ਨਹੀਂ, ਕਿਉਂਕਿ ਵੱਡਾ ਦਾਤਾ ਤਿਲ ਨਾ ਤੁਮਾਏ। ਭੁੱਲਾਂ ਦੀ ਖਿਮਾ ਬਸੰਗਤ ਗੁਰੂ ਬਖਸ਼ਣ ਜੋਗ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ